ਜੀ। ਆਹੇ ਗੁਰੂ ਗੁਰੂ ਆਹੇ ਸ਼੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵ ਸ਼੍ਰੀ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਵਹਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਗੁਣ ਗੁਣ ਸੀਸ ਜੀ ਪੁਨ ਗੁਣ ਸੀਸ ਬੰਦਾਂ ਬਾਰ ਬਾਰ ਜਗਦੀਸ਼ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸੀਸ ਚਰਨ ਪਰਤਾਰ ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਗਨ
ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮ ਅੰਤਰ ਜਾਮੀ ਸਭ ਜਾਨੋ, ਤਪ ਨਿਰਦੇਸ਼ ਮਨ ਬਖਾਨੋ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰਵਣ ਕੀਤਾ ਆਪ ਜੀ ਨੇ ਕੱਲ ਚੱਲ ਰਹੀ ਇਸ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦੁਆਰਾ ਕਿ ਕਿਸ ਤਰ੍ਹਾਂ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਰਾਖਸ਼ਸ ਨੂੰ ਦੇਵਤਾ ਬਣਾ ਦਿੱਤਾ। ਕੌਡਾ ਰਾਖਸ਼ਸ। ਸਾਹਿਬ ਕਹਿਣ ਲੱਗੇ ਵੀ ਤੇਰੀ ਇਹ ਦਸ਼ਾ ਕਿਵੇਂ ਹੋਈ, ਤੂੰ ਆਪਣੀ ਬਿਰਥਾ ਸੁਣਾ। ਕਹਿਣ ਲੱਗਾ ਮਹਾਰਾਜ, ਪਹਿਲਾਂ ਮੇਰੀ ਇੱਛਾ ਪੂਰੀ ਕਰੋ, ਮੈਂ ਤੁਹਾਨੂੰ ਕੁਝ ਸਿਖਾਉਣਾ ਚਾਹੁੰਦਾ ਤੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਫਲ ਅਰਪਣ ਕਰਨੇ ਚਾਹੁੰਦਾ। ਸਾਹਿਬ ਕਹਿੰਦੇ ਤੇਰੀ ਮਰਜ਼ੀ। ਕੌਡਾ ਗਿਆ ਤੇ ਬੜੇ ਸੋਹਣੇ ਤੇ ਮਿੱਠੜੇ ਫਲ ਤੋੜ ਕੇ ਲਿਆਇਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰੱਖੇ। ਸਾਹਿਬ ਜੀ ਦੇ ਹੁਕਮ ਨਾਲ ਭਾਈ ਬਾਲਾ ਜੀ ਨੇ ਉਹਨਾਂ ਵਿੱਚੋਂ ਕੁਝ ਫਲ ਭਾਈ ਮਰਦਾਨਾ ਜੀ ਨੂੰ ਦਿੱਤੇ ਛਕਣ ਲਈ, ਕੁਝ ਆਪ ਲਏ ਤੇ ਜਿਹੜੇ ਬਾਕੀ ਬਚੇ ਸਤਿਗੁਰੂ ਕਹਿੰਦੇ ਬਾਲੇ ਇਸ ਕੌਡੇ ਨੂੰ ਦੇ ਦੇ ਇਹ ਫਲ। ਜਦੋਂ ਉਹਨੇ ਉਹ ਫਲ ਖਾਧੇ, ਉਹਨੂੰ ਆਪੇ ਦੀ ਸੋਝੀ ਹੋਈ, ਉਸ ਦੇ ਪਲਟੀ ਰਾਖਸ਼ਸ ਤੋਂ ਉਹ ਦੇਵਤਾ ਬਣ ਗਿਆ। ਕਹਿਣ ਲੱਗਾ ਸਤਿਗੁਰੂ ਹੁਣ ਸੁਣੋ ਮੇਰੀ ਬਿਰਥਾ। ਅੰਤਰ ਜਾਮੀ ਸਭ ਜਾਨੋ, ਤੁਸੀਂ ਅੰਤਰਜਾਮੀ ਹੋ ਜੀ, ਸਭ ਜਾਣਦੇ ਹੋ। ਤਪ ਨਿਰਦੇਸ਼ ਮਨ ਬਖਾਨੋ, ਤਾਂ ਵੀ ਤੁਹਾਡਾ ਜਿਹੜਾ ਨਿਰਦੇਸ਼ ਹੈ, ਤੁਹਾਡਾ ਜਿਹੜਾ ਹੁਕਮ ਹੈ, ਆਗਿਆ ਹੈ, ਮੈਂ ਤੁਹਾਡਾ ਹੁਕਮ ਮੰਨ ਕੇ ਸਤਿਗੁਰੂ ਆਪਣਾ ਪਿਛਲਾ ਹਾਲ ਵਿਰਥਾ ਤੁਹਾਨੂੰ ਦੱਸਦਾ ਹਾਂ ਜੀ। ਪੂਰਬ ਜਨਮ ਮੁਤੋ ਦਿਜ ਮੇਰਾ, ਸਤਿਗੁਰੂ ਮੇਰਾ ਪਹਿਲਾ ਜਨਮ ਬ੍ਰਾਹਮਣ ਦਾ ਸੀ। ਪਾਠ ਵਿਦਿਆ ਮਨ ਮਾਨ ਕਢੇਰਾ, ਮੈਂ ਬੜੀ ਵਿਦਿਆ ਪੜ੍ਹੀ ਤੇ ਵਿਦਿਆ ਪੜ੍ਹ ਕੇ ਮੇਰੇ ਮਨ ਵਿੱਚ ਬੜਾ ਮਾਣ, ਬੜਾ ਹੰਕਾਰ ਹੋ ਗਿਆ। ਇੱਕ ਦਿਵਸ ਮਨ ਗੁਰ ਤਤ ਪਿਤਾ, ਇੱਕ ਦਿਨ ਦੀ ਗੱਲ ਸਤਿਗੁਰੂ, ਮੇਰੇ ਜਿਹੜੇ ਗੁਰੂ ਸਨ ਉਹ ਬੜੇ ਤਤਵ ਗਿਆਨੀ ਸਨ, ਬੜੇ ਤਤ ਵੇਤਾ ਸਨ। ਆਵਾਂ ਸਹਿਜ ਸੁਭਾਵ ਨਿਕਿਤਾ, ਸੁਤੇ ਸਿੱਧ ਸੁਭਾਵਕ ਹੀ ਮੇਰੇ ਗੁਰੂ ਦਾ ਆਉਣਾ ਮੇਰੇ ਘਰ ਵਿੱਚ ਹੋਇਆ। ਇੱਕ ਦਿਨ ਨਹਿ ਉੱਠ ਕਰ ਸਨਮਾਨਤ ਕੀਨਾ, ਮਹਾਰਾਜ ਮੈਨੂੰ ਐਡਾ ਤਾਪ ਚੜਿਆ ਸੀ ਹਉਮੈ ਦਾ ਕਿ ਮੇਰਾ ਗੁਰੂ ਮੇਰੇ ਘਰ ਵਿੱਚ ਆਇਆ ਤੇ ਮੈਂ ਉੱਠ ਕੇ ਆਪਣੇ ਗੁਰੂ ਦਾ ਸਨਮਾਨ ਨਹੀਂ ਕੀਤਾ। ਇਹ ਮਤ ਧਰ ਆਸਣ ਆਸੀਨਾ, ਇਹ ਮਤ ਧਰ ਆਸਨ ਆਸੀਨਾ।
ਇਹ ਕਹਿੰਦੇ ਨੇ ਸੱਪ ਨੂੰ, ਨਾਗ ਨੂੰ। ਜਿਹੜੀ ਨਾਗ ਦੀ ਮੱਤ ਹੁੰਦੀ ਹੈ ਉਹ ਬੜੀ ਆਕੜੀ ਹੁੰਦੀ ਹੈ। ਨਾਗ ਫਨੀਅਰ ਇੰਜ ਆਕੜੇਗਾ ਹਮੇਸ਼ਾ, ਉਹਦੀ ਧੌਣ ਆਕੜੀ ਰਹਿੰਦੀ ਹੈ। ਉਹਨੂੰ ਕਹਿੰਦੇ ਨੇ ਇਹ ਮੱਤ। ਸਤਿਗੁਰੂ ਜਿਵੇਂ ਸੱਪ ਦੀ ਧੌਣ ਆਕੜੀ ਹੁੰਦੀ ਹੈ ਨਾ, ਇੰਜ ਮੇਰੀ ਧੌਣ ਆਕੜੀ ਸੀ ਤੇ ਮੈਂ ਆਪਣੇ ਆਸਣ ਤੇ ਬੈਠਾ ਰਿਹਾ, ਕੋਈ ਪਰਵਾਹ ਨਹੀਂ ਕੀਤੀ ਆਪਣੇ ਗੁਰੂ ਦੀ, ਕੋਈ ਸਨਮਾਨ ਆਦਰ ਮੈਂ ਆਪਣੇ ਗੁਰੂ ਨੂੰ ਨਹੀਂ ਦਿੱਤਾ। ਅਜੇ ਦੇਖ ਅਵਗਿਆ ਪੁਰ ਰਿਸ ਕਰਕੇ, ਜਦੋਂ ਗੁਰੂ ਨੇ ਵੇਖਿਆ ਕਿ ਹੈ ਤੇ ਮੇਰਾ ਹੀ ਸ਼ਿਸ਼ ਤੇ ਹੁਣ ਸਾਡੀ ਬਿੱਲੀ ਸਾਨੂੰ ਮਿਆਉਂ, ਤਾਂ ਮੇਰੇ ਗੁਰੂ ਨੇ ਮੇਰਾ ਇਹ ਹੰਕਾਰ ਵੇਖ ਕੇ ਖਿਝ ਕੇ ਮੈਨੂੰ ਸਰਾਪ ਦਿੱਤਾ। ਮੁਝ ਇਉ ਦੀਨੋ ਸਰਾਪ ਉਚਰਕੈ, ਮੈਨੂੰ ਮੇਰੇ ਗੁਰੂ ਨੇ ਇੰਜ ਮੁਖੋਂ ਉਚਾਰਨ ਕਰਕੇ ਸਰਾਪ ਦੇਣਾ ਕੀਤਾ। ਅਸ ਵਿਪਰੀਤ ਜੋ ਤੈ ਮਨ ਠਾਨੀ, ਉਹ ਕਹਿਣ ਲੱਗੇ, ਇਹ ਦੇਜ ਸੁਣ, ਆ ਜਿਹੜੀ ਤੂੰ ਗੱਲ ਕੀਤੀ ਹੈ ਇਹ ਬੜੀ ਵਿਪਰੀਤ ਹੈ, ਪਰ ਜਿਹੜੀ ਤੂੰ ਇਹ ਪੁੱਠੀ ਬਾਤ ਕੀਤੀ ਹੈ ਆਪਣੇ ਗੁਰੂ ਦਾ ਆਦਰ ਨਹੀਂ ਕੀਤਾ। ਪਸ਼ੂ ਨਾ ਬਿਗੜੈ ਮੁਝੇ ਮਾਨੀ, ਉਹ ਕਹਿਣ ਲੱਗੇ ਵੀ ਮੇਰਾ ਤੇ ਕੁਝ ਨਹੀਂ ਵਿਗੜਨਾ, ਤੂੰ ਜਿਹੜਾ ਹੰਕਾਰ ਕੀਤਾ ਹੈ ਇਹਦੇ ਨਾਲ ਮੇਰਾ ਕੁਝ ਨਹੀਂ ਵਿਗੜਨਾ, ਪਰ ਤੇਰਾ ਰਹਿਣਾ ਕੱਖ ਨਹੀਂ। ਜਾਂ ਕੋ ਫਲ ਜੇ ਤੂੰ ਨਹਿ ਪਾਵੈ, ਅਗਰ ਇਸ ਦਾ ਫਲ ਹੁਣ ਤੂੰ ਨਹੀਂ ਪਾਵੇਂਗਾ, ਨਹੀਂ ਪ੍ਰਾਪਤ ਕਰੇਗਾ, ਤੋ ਸ਼ੁਭ ਰੀਤ ਜਗਤ ਮਿਟ ਜਾਵੇ, ਤਾਂ ਫਿਰ ਦੁਨੀਆ ਵਿੱਚ ਸ਼ੁਭ ਰੀਤੀ ਮਿਟ ਜਾਵੇਗੀ। ਹਰ ਕੋਈ ਤੇਰੇ ਵਾਂਗ ਆਪਣੇ ਗੁਰੂ ਦਾ ਅਨਾਦਰ ਕਰਿਆ ਕਰੇਗਾ, ਇਹ ਤੇ ਪਰੰਪਰਾ ਹੀ ਵਿਗੜ ਜਾਏਗੀ, ਇਹ ਤੇ ਸ਼ੁਭ ਰੀਤੀ ਵਿਗੜ ਜਾਏਗੀ। ਸੰਸਾਰ ਅੰਦਰ ਇਸ ਲਈ ਜ਼ਰੂਰੀ ਹੈ ਤੈਨੂੰ ਦੰਡ ਦਾ ਮਿਲਣਾ, ਇਸ ਲਈ ਤੂੰ ਦੰਡ ਯੋਗ ਹੈ। ਹੁਣ ਤਾਤੇ ਤੂੰ ਰਾਖਸ਼ ਤਨ ਪਾਈ, ਤਾਂ ਤੇ ਤੂੰ ਬ੍ਰਾਹਮਣ ਹੋ ਤੇ ਤੂੰ ਰਾਖਸ਼ ਦਾ ਤਨ ਪ੍ਰਾਪਤ ਕਰ। ਕਰੋ ਕੁਕਰਮ ਧਰਮ ਬਿਸਰਾਈ, ਇਹ ਜਿਹੜੇ ਰਾਖਸ਼ ਦੇ ਕਰਮ ਹੁੰਦੇ ਨੇ, ਅਧਰਮ ਦੇ ਕਰਮ, ਖੋਟੇ ਕਰਮ, ਤੂੰ ਸੱਚੇ ਧਰਮ ਨੂੰ ਭੁਲਾ ਕੇ ਹੁਣ ਖੋਟੇ ਕਰਮ ਕਰ। ਅਸ ਪ੍ਰਕਾਰ ਸੁਣ ਗੁਰ ਕੋ ਸਰਾਪਾ, ਇਹ ਸਤਿਗੁਰੂ ਜਦੋਂ ਮੇਰੇ ਗੁਰੂ ਨੇ ਮੈਨੂੰ ਇੰਜ ਸਰਾਪ ਦਿੱਤਾ ਤੇ ਗੁਰੂ ਦੇ ਬੋਲ ਸੁਣ ਕੇ ਮੈਂ ਪੈ ਪੀਤ ਪਿਓ ਬਹੁ ਕੰਪਾ, ਮੈਂ ਬਹੁਤ ਖਪਿਆ, ਬੜਾ ਖਪਿਆ ਤੇ ਮੈਂ ਪੈ ਭੀਤ ਹੋਇਆ ਬਹੁਤ। ਏ ਗੁਰ ਮੈਂ ਅਪਰਾਧ ਜੋ ਕੀਨੋ, ਮੈਂ ਕਿਹਾ ਆਪਣੇ ਗੁਰੂ ਨੂੰ, ਇਹ ਗੁਰੂ ਜੀ ਜਿਹੜਾ ਮੈਂ ਅਪਰਾਧ ਕੀਤਾ, ਗੁਨਾਹ ਕੀਤਾ ਹੈ ਜੀ, ਆਪੋ ਫਲ ਰਾਖਸ ਤਨ ਦਿਨੋ, ਤੁਹਾਡਾ ਬਚਨ ਹੋ ਗਿਆ, ਤੁਸੀਂ ਕਹਿੰਦੇ ਜਾ ਰਾਖਸ਼ ਦਾ ਸਰੀਰ ਧਾਰਨ ਕਰ। ਜੋ ਮੈਂ ਤੁਹਾਡੀ ਅਵਗਿਆ ਕੀਤੀ, ਅਨਾਦਰ ਕੀਤਾ, ਉਹਦਾ ਤੇ ਫਲ ਮੈਨੂੰ ਮਿਲੇਗਾ। ਹੁਣ ਮੈਂ ਰਾਖਸ਼ ਬਣਾਂਗਾ। ਕਬਲੋ ਭੋਗੋ ਹੋ ਦੁਖ ਭਾਰੀ, ਇਹ ਤੇ ਦੱਸੋ ਕਿ ਕਦੋਂ ਤੱਕ ਇਸ ਦੁੱਖ ਨੂੰ ਮੈਂ ਭੋਗਾਂਗਾ, ਜਿਹੜਾ ਬਹੁਤ ਵੱਡਾ ਦੁੱਖ ਹੈ।
ਜਿਹੜਾ ਤੁਸੀਂ ਮੈਨੂੰ ਦੰਡ ਦਿੱਤਾ, ਸਜ਼ਾ ਦਿੱਤੀ, ਸਰਾਪ ਦਿੱਤਾ, ਇਹ ਦੱਸੋ ਮੈਂ ਕਦੋਂ ਤੱਕ ਇਸ ਦੁੱਖ ਨੂੰ ਭੋਗਾਂਗਾ। ਕਿਰਪਾ ਧਾਰ ਸੁਕਰ ਹੋ ਜਾਰੀ। ਕਿਰਪਾ ਕਰਕੇ ਹੈ ਮੇਰੇ ਗੁਰਦੇਵ, ਮੈਨੂੰ ਦੱਸੋ ਤੇ ਸਹੀ, ਆਖਰ ਕਿਤਨਾ ਸਮਾਂ ਮੈਨੂੰ ਰਾਖਸ਼ ਦੇ ਤਨ ਵਿੱਚ ਰਹਿਣਾ ਪਵੇਗਾ। ਗੁਰੂ ਦਿਆਲਤਾ ਮਹਿ ਮਨ ਭਿੰਨਾ। ਇਹ ਸਤਿਗੁਰੂ, ਮੇਰੇ ਇਹ ਬੋਲ ਸੁਣ ਕੇ ਮੇਰਾ ਗੁਰੂ ਦਿਆਲਤਾ ਦੇ ਵਿੱਚ ਉਹਦਾ ਮਨ ਭਿਜਿਆ। ਐਸੇ ਬਚਨ ਉਚਾਰਨ ਕੀਨਾ। ਐਸਾ ਬਚਨ ਕੀਤਾ ਫਿਰ ਮੇਰੇ ਗੁਰੂ ਨੇ ਆਪਣੇ ਮੁਖੋਂ ਉਚਾਰਨ। ਏਕੰਕਾਰ ਧਰੈ ਅਵਤਾਰਾ। ਇਹ ਕਿਹਾ ਵੀ ਸੁਣ, ਕਲਯੁਗ ਦਾ ਸਮਾਂ ਜਦੋਂ ਇੱਕ ਓੰਕਾਰ ਆਪ ਪਰਮੇਸ਼ਰ ਅਵਤਾਰ ਧਾਰਨ ਕਰਨਗੇ। ਤਿਨਕੇ ਮਿਲੇ ਹੋਏ ਨਿਸਤਾਰਾ। ਉਹਨਾਂ ਦੇ ਮਿਲਣ ਨਾਲ ਤੇਰਾ ਨਿਸਤਾਰਾ ਹੋ। ਰੱਬ ਜਦੋਂ ਖੁਦ ਮਿਲੇਗਾ ਤੈਨੂੰ, ਫਿਰ ਤੇਰਾ ਪਾਰ ਉਤਾਰਾ ਹੋਵੇਗਾ। ਇਹ ਗੁਰ ਮੈਂ ਤਿਨ ਕੋ ਕਿਵ ਜਾਨੋ। ਸਤਿਗੁਰੂ, ਮੈਂ ਆਪਣੇ ਗੁਰੂ ਨੂੰ ਸਵਾਲ ਕੀਤਾ ਵੀ ਗੁਰਦੇਵ ਜੀ, ਤੁਸੀਂ ਇਹ ਬਚਨ ਕੀਤਾ ਵੀ ਏਕੰਕਾਰ ਦਾ ਜਦੋਂ ਅਵਤਾਰ ਹੋਏਗਾ ਉਹ ਮੈਨੂੰ ਮਿਲਣਗੇ, ਫਿਰ ਮੇਰਾ ਨਿਸਤਾਰਾ ਹੋਊਗਾ। ਤੇ ਮੇਰੇ ਗੁਰਦੇਵ ਮੈਨੂੰ ਇਹ ਤੇ ਸਮਝਾਓ। ਕਿਰਪਾ ਕਰੋ ਸੋ ਭਾਂਤ ਬਖਾਨੋ। ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ ਇਸ ਪ੍ਰਕਾਰ। ਸੁਣ ਕੇ ਮੁਝ ਕੋ ਦਰਪਣ ਦੇਨਾ। ਮੈਂ ਕਿਵੇਂ ਪਛਾਣੂੰਗਾ ਬਈ ਇਹ ਰੱਬ ਹੈ, ਇਹ ਰੱਬ ਦਾ ਅਵਤਾਰ ਹੈ? ਮੈਨੂੰ ਸਮਝਾਓ ਤੇ ਸਹੀ। ਇਹ ਸਤਿਗੁਰੂ, ਇਹ ਸੁਣ ਕੇ ਮੇਰੇ ਗੁਰੂ ਨੇ ਮੈਨੂੰ ਆ ਦਰਪਣ ਦਿੱਤਾ, ਆ ਸ਼ੀਸ਼ਾ ਜਿਹੜਾ ਤੁਹਾਡੇ ਸਾਹਮਣੇ ਮੈਂ ਰੱਖਿਆ ਸੀ। ਕਹਿਓ ਕਿ ਇਸ ਦੇ ਲੇਵੋ ਜੀਨਾ। ਮੇਰੇ ਗੁਰੂ ਨੇ ਕਿਹਾ ਵੀ ਇਹ ਤੋਂ ਜਾਣ ਲਈ ਤੂੰ, ਇਹ ਤੋਂ ਪਛਾਣ ਲਵੀ ਤੂੰ। ਜਾਂ ਮੈਂ ਪਰ ਬਿੰਬ ਸੋ ਜਾਗੂ। ਮੇਰੇ ਗੁਰੂ ਨੇ ਮੈਨੂੰ ਇਹ ਭੇਤ ਦੱਸਿਆ ਬਈ ਇਸ ਸ਼ੀਸ਼ੇ ਦੇ ਅੰਦਰ ਜਿਸ ਦਾ ਪ੍ਰਤੀਬਿੰਬ ਅਕਸ ਉਹਨਾਂ ਮਾਨੁਖ ਮੁਖ ਦਿਸੈ ਤਾਕੂ। ਜਿਹੜਾ ਮਨੁੱਖ ਤੈਨੂੰ ਨਜ਼ਰ ਆਵੇ ਇਸ ਸ਼ੀਸ਼ੇ ਦੇ ਵਿੱਚ, ਜਿਹਦਾ ਚਿਹਰਾ ਤੈਨੂੰ ਮਨੁੱਖ ਦਾ ਨਜ਼ਰ ਆਵੇ, ਸੋ ਜਾਨੋ ਇਹੋ ਹੈ ਅਵਤਾਰਾ। ਬਸ ਇਹ ਜਾਣ ਲਈ ਵੀ ਉਹ ਅਵਤਾਰ ਹੈ, ਉਹ ਰੱਬ ਦਾ ਅਵਤਾਰ ਹੈ, ਉਹ ਖੁਦ ਪਰਮੇਸ਼ਰ ਹਨ। ਇਸ ਤੇ ਤੇਰੋ ਹੋਏ ਉਧਾਰ। ਬਸ ਇਹਦੇ ਨਾਲ ਹੀ ਤੇਰਾ ਉਧਾਰ ਹੋਵੇ। ਤੈਨੂੰ ਖੁਦ ਜਦੋਂ ਰੱਬ ਜੀ ਮਿਲਣਗੇ ਇਸ ਸ਼ੀਸ਼ੇ ਦੇ ਵਿੱਚ, ਤੈਨੂੰ ਉਹਨਾਂ ਦਾ ਸਰੂਪ, ਉਹਨਾਂ ਦਾ ਚਿਹਰਾ, ਮਨੁੱਖ ਦਾ ਸਰੂਪ ਦਿਖਾਈ ਦੇਵੇਗਾ। ਅਨਕ ਜਨਮ ਜਿਵ ਨਰ ਜਗ ਪਾਏ। ਇਹ ਸਤਿਗੁਰੂ, ਅਨੇਕਾਂ ਹੀ ਮਨੁੱਖ ਜਿਨ੍ਹਾਂ ਨੇ ਜਨਮ ਪਾਏ ਇਸ ਜਗਤ ਵਿੱਚ, ਨਾਨਾ ਜੋਨ ਵਿਖੇ ਜੋ ਆਏ। ਨਾਨਾ ਪ੍ਰਕਾਰ ਦੀਆਂ ਜੂਨੀਆਂ ਵਿੱਚ ਜਿਹੜੇ ਜੀਵ ਆਏ, ਇਨਕੇ ਮੁਖ ਇਸ ਦਰਪਣ ਮਾਹੀ। ਉਹਨਾਂ ਦੇ ਮੁਖ ਮਹਾਰਾਜ ਇਸ ਸ਼ੀਸ਼ੇ ਵਿੱਚ ਮਨੁੱਖ ਦਾ ਸਰੂਪ ਨਹੀਂ ਮੈਨੂੰ ਦਿਸਿਆ। ਅੱਜ ਤੱਕ ਕੋਈ ਵੀ ਮਨੁੱਖ ਬਹੁਤ ਆਏ, ਪਰ ਮਹਾਰਾਜ ਸੀ ਉਹ ਮਨੁੱਖ, ਤੇ ਉਹਨਾਂ ਦੀਆਂ ਕਰਤੂਤਾਂ ਪਸ਼ੂਆਂ ਜੈਸੀਆਂ ਸਨ। ਤੇ ਜਿਹੋ ਜੀ ਉਹਨਾਂ ਦੀ ਕਰਤੂਤ ਸੀ, ਬਿਰਤੀ ਸੀ, ਇਹ ਸ਼ੀਸ਼ੇ ਦੇ ਵਿੱਚ
ਉਸੇ ਤਰ੍ਹਾਂ ਦਾ ਪ੍ਰਤੀਬਿੰਬ ਮੈਨੂੰ ਦਿਸਦਾ ਅਸੀਂ। ਮਾਨੁ ਕੇ ਦਿਸੈ ਕਬ ਨਾਹੀ। ਮਨੁੱਖ ਨਹੀਂ ਮੈਨੂੰ ਦਿਸਿਆ ਅੱਜ ਤੱਕ ਇਸ ਸ਼ੀਸ਼ੇ ਵਿੱਚ, ਜੋ ਮੇਰੇ ਗੁਰੂ ਨੇ ਮੈਨੂੰ ਭੇਦ ਸਮਝਾਇਆ ਸੀ। ਗੁਰਤੇ ਲੇਕਰ ਮੁਕਰ ਸੋ ਆਵਾ। ਮਹਾਰਾਜ ਫਿਰ ਮੈਂ ਆਪਣੇ ਗੁਰੂ ਤੋਂ ਲੈ ਕੇ ਇਹ ਮੁਕਰ, ਇਹ ਸ਼ੀਸ਼ਾ ਆਇਆ। ਤਬ ਕੋ ਮੈਂ ਇਹ ਥਾਨ ਰਹਾ। ਉਦੋਂ ਦਾ ਮਹਾਰਾਜ ਮੈਂ ਇਸ ਥਾਂ ਤੇ ਟਿਕਿਆ ਜਿੱਥੇ ਹੁਣ ਤੁਸੀਂ ਆਏ ਹੋ। ਆਪਣੇ ਮੁਬਾਰਕ ਚਰਨ ਪਾਏ, ਆਪਣੇ ਸਫਲ ਦਰਸ਼ਨ ਮੈਨੂੰ ਬਖਸ਼ੇ। ਮੈਂ ਉਦੋਂ ਦਾ ਬਸ ਰਾਖਸ਼ਸ ਬਿਰਤੀ ਦਾ ਧਾਰਨੀ ਹੋਇਆ, ਇੱਥੇ ਹੀ ਟਿਕਿਆ ਹਾਂ। ਕਹਿ ਕਰ ਆਨੇ ਮਨੁਜ ਘੜੇਰੇ। ਮਹਾਰਾਜ ਮੈਂ ਬਹੁਤ ਬੰਦੇ ਫੜੇ, ਬਹੁਤ ਮਨੁੱਖ ਪਕੜੇ ਹੋਏ। ਪਕੜਦਾ ਮੈਂ ਇਸ ਕਰਕੇ ਸੀ ਵੀ ਜੋ ਮੇਰੇ ਗੁਰੂ ਨੇ ਕਿਹਾ ਹੈ ਸ਼ਾਇਦ ਇਹਨਾਂ ਚੋਂ ਕੋਈ ਹੋਵੇ, ਪਰ ਮਹਾਰਾਜ ਨਹੀਂ। ਵਰੇ ਗੁਜ਼ਰ ਗਏ, ਵਰੇ ਮੁਕਰ ਵਿਖੇ ਪ੍ਰਤਿਬਿੰਬ ਸੁਹੇਰੇ। ਜਿਹੜੇ ਜਿਹੜੇ ਮੈਂ ਮਨੁੱਖ ਪਕੜੇ, ਜਦੋਂ ਮੈਂ ਉਹਨਾਂ ਦੇ ਸਾਹਮਣੇ ਸ਼ੀਸ਼ਾ ਰੱਖਦਾ ਸੀ ਤਾਂ ਸ਼ੀਸ਼ੇ ਵਿੱਚ ਉਹਨਾਂ ਦਾ ਪ੍ਰਤਿਬਿੰਬ। ਸ਼ੂਕਰ ਕੁਕਰ ਖਰ ਖਗ ਸ਼ੇਰਾ। ਮਹਾਰਾਜ ਕੋਈ ਮੈਨੂੰ ਸੂਰ ਨਜ਼ਰ ਆਉਂਦਾ ਸੀ, ਕੋਈ ਕੁੱਤਾ ਨਜ਼ਰ ਆਉਂਦਾ ਸੀ, ਕੋਈ ਗਧਾ ਨਜ਼ਰ ਆਉਂਦਾ ਸੀ, ਕੋਈ ਖਰਗੋਸ਼ ਨਜ਼ਰ ਆਉਂਦਾ ਸੀ। ਇਤਿਆਦਿਕ ਸਭ ਕੋ ਮੁਖ ਹੀਰਾ। ਇਤੇ ਆਦਿਕ ਮੈਂ ਸਾਰਿਆਂ ਦੇ ਮੁਖ ਵੇਖੇ। ਸਾਹਮਣੇ ਮੇਰੇ ਮਨੁੱਖ ਖਲੋਤਾ ਹੁੰਦਾ ਸੀ, ਪਰ ਸ਼ੀਸ਼ੇ ਵਿੱਚ ਜਿਹੜੀ ਉਹਦੀ ਕਰਤੂਤ ਹੁੰਦੀ ਸੀ, ਸ਼ੂਕਰ ਬਿਰਤੀ, ਕੂਕਰ ਬਿਰਤੀ, ਗਧਾ ਬਿਰਤੀ, ਉਹ ਮੈਨੂੰ ਦਿਸਦੇ ਸਨ। ਮਰਾ ਮਾਨੁਖ ਬਦਨ ਦਿਸਨ। ਪਹਿਲੇ ਹੋ ਤੁਸੀਂ ਜਿਨ੍ਹਾਂ ਦਾ ਸਰੂਪ ਮਨੁੱਖਾ ਸਰੂਪ ਮੈਨੂੰ ਮਨੁੱਖ ਦਾ ਚਿਹਰਾ ਨਜ਼ਰ ਆਇਆ, ਜੈਸੇ ਤੁਸੀਂ ਹੋ। ਇਨ ਬਿਨ ਸ਼ੀਸ਼ੇ ਵਿੱਚ ਮਹਾਰਾਜ ਤੁਹਾਡਾ ਅਕਸ ਮੈਂ ਪਹਿਲੀ ਦਫਾ ਤੱਕਿਆ ਹੈ ਜੀ। ਜਿਨ ਕੇ ਪਰਸੇ ਸਰਾਪ ਮਿਟਾਨਾ। ਇਹ ਸਤਿਗੁਰੂ ਬਸ ਅੱਜ ਉਹ ਸਰਾਪ ਮਿਟ ਗਿਆ ਮਹਾਰਾਜ। ਅੱਜ ਮੈਂ ਸੁਰਖਰੂ ਹੋ ਗਿਆ ਹਾਂ। ਤੁਹਾਡਾ ਇਹ ਮਿਲਾਪ, ਤੁਹਾਡੇ ਇਹ ਦਰਸ਼ਨ, ਤੁਹਾਡੀ ਇਹ ਸੰਗਤ ਕਰਕੇ ਅਸ ਵਿਦ ਹੁਤੋ ਮੋਹਿ ਨਿਰਤੰਤਾ। ਇਸ ਪ੍ਰਕਾਰ ਸਤਿਗੁਰੂ ਮੇਰਾ ਬਿਰਤਾਂਤ ਸੀ ਪਿਛਲਾ। ਅਬ ਦਿਸੈ ਆਇਸ ਭਗਵੰਤਾ। हे ਭਗਵਾਨ, हे ਪ੍ਰਭੂ ਜੀ, हे ਅਕਾਲ ਪੁਰਖ, हे ਰੱਬ ਜੀ, ਹੁਣ ਮੈਨੂੰ ਆਗਿਆ ਦਿਓ। ਸਤਿਗੁਰੂ ਉਹਨਾਂ ਲੋਕ ਕੇ ਵਿਖੈ ਸਿਧਾਉ। ਮਹਾਰਾਜ ਮੈਂ ਪੁੰਨ ਲੋਕ ਜਾਵਾਂ, ਮੁੜ ਆਪਣੇ ਲੋਕ ਜਾਵਾਂ, ਦੇਵ ਲੋਕ ਜਾਵਾਂ। ਹੁਣ ਮਰੇ ਦਰਸ਼ਨ ਕੋ ਸੁਖ ਪਾਉ। ਇਹ ਤੁਹਾਡੇ ਦਰਸ਼ਨਾਂ ਦਾ ਸੁੱਖ ਹੈ, ਤੇ ਤੁਹਾਡੇ ਦਰਸ਼ਨਾਂ ਦਾ ਇਹ ਸੁੱਖ ਮੈਂ ਹੁਣ ਪ੍ਰਾਪਤ ਕਰਾਂ। ਮੈਂ ਵਾਪਸ ਦੇਵ ਲੋਕ ਪਧਾਰਾਂ। ਸੁਰ ਤਨ ਹਵੈ ਕਰ ਨਮੋ ਪਧਾਰਾ। ਬਾਲਾ ਜੀ ਕਹਿੰਦੇ ਮਹਾਰਾਜ ਸਾਡੇ ਵੇਂਦਿਆਂ ਵੇਂਦਿਆਂ ਉਹ ਸੁਰ ਤਨ ਹੋ ਕੇ ਦੇਵਤਾ ਬਣ ਕੇ ਉਹ ਦੇਵ ਲੋਕ ਪਧਾਰਿਆ। ਮਰਦਾਨੇ ਕੋਤਕ ਸੋ ਨਿਹਾਰਾ। ਮਰਦਾਨਾ ਜੀ ਨੇ ਆਪਣੀਆਂ ਅੱਖਾਂ ਨਾਲ ਮਹਾਰਾਜ ਤੇ ਮੈਂ ਇਹ ਸਾਰਾ ਕੌਤਕ
ਵੇਖਣਾ ਕੀਤਾ। ਅੰਤਮ ਪਰ ਅਰਬਿੰਦ ਕਰੰਤੂ ਕਹਿੰਦੇ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਤੇ ਭਾਈ ਮਰਦਾਨਾ ਜੀ ਵੰਦਨਾ ਕਰਦੇ ਨੇ, ਮੱਥਾ ਟੇਕਦੇ ਹਨ। ਧੰਨ ਧੰਨ ਪ੍ਰਭ ਧੰਨ ਪਹੰਤੂ ਧੰਨ ਧੰਨ ਪ੍ਰਭੂ ਜੀ, ਤੁਸੀਂ ਧੰਨ ਹੋ ਜੀ। ਸ਼੍ਰੀ ਪ੍ਰਭ ਇਸ ਦਰਪਨ ਕੋ ਲੀਜੈ ਉਹ ਕੌਡਾ ਜਿਹੜਾ ਸੀ ਦੇਵ ਲੋਕ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮਹਾਰਾਜ ਆਸ਼ੀਸ਼ਾ ਇਹ ਮੁਕਰ ਜੋ ਮੇਰੇ ਗੁਰੂ ਨੇ ਮੈਨੂੰ ਦਿੱਤਾ ਸੀ, ਮੇਰੇ ਗੁਰੂ ਦੀ ਨਿਸ਼ਾਨੀ ਹੈ, ਲਓ ਸਤਿਗੁਰੂ ਇਹ ਮੈਂ ਤੁਹਾਡੇ ਚਰਨਾਂ ਵਿੱਚ ਭੇਟ ਕਰਦਾ। ਦੇਵ ਲੋਕ ਜਾਣ ਤੋਂ ਪਹਿਲਾਂ ਇਹ ਅਦਭੁਤ ਨਿਜ ਨਿਪਟ ਰਖੀਜੈ। ਇਹ ਬੜਾ ਅਦਭੁਤ ਹੈ ਸਤਿਗੁਰੂ ਸ਼ੀਸ਼ਾ, ਇਹਨੂੰ ਤੁਸੀਂ ਆਪਣੇ ਪਾਸ ਆਪਣੇ ਕੋਲ ਰੱਖੋ ਜੀ। ਸੁਣ ਕਰ ਭਨੈ ਗਰੀਬ ਨਿਵਾਜੂ ਇਹ ਸੁਣ ਕੇ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਖਣ ਲਗੇ। ਇਸ ਦਰਪਨ ਦੇ ਕਹਾਂ ਹਵੈ ਕਾਜੂ ਸਤਿਗੁਰੂ ਕਹਿੰਦੇ ਵੀ ਇਹ ਸ਼ੀਸ਼ਾ ਤੇਰੇ ਕੰਮ ਆਉਂਦਾ ਸੀ, ਸਾਡੇ ਕਿਸ ਕੰਮ? ਇਸ ਸ਼ੀਸ਼ੇ ਤੋਂ ਕੀ ਕੰਮ ਅਸੀਂ ਲਵਾਂਗੇ? ਫੁਕਰ ਵਿਚਾਰ ਰੂਪ ਜਿਨ ਪਾਸਾ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਕੋਲ ਵਿਚਾਰ ਰੂਪੀ ਸ਼ੀਸ਼ਾ ਹੈ, ਕੌਡੇ ਤਿਨ ਤੂੰ ਆਤਮ ਹੋਤ ਪ੍ਰਕਾਸ਼ਾ ਉਹਨਾਂ ਨੂੰ ਆਤਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਅੰਤਰਾਤਮਾ ਉਸ ਪਰਮਾਤਮਾ ਦਾ ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਤੇ ਜਿਨ੍ਹਾਂ ਨੇ ਮਨ ਰੂਪੀ ਸ਼ੀਸ਼ੇ ਨੂੰ ਵੇਖ ਲਿਆ, ਫਿਰ ਇਹਨਾਂ ਸ਼ੀਸ਼ਿਆਂ ਦੀ ਕਿਆ ਲੋੜ ਹੈ? ਰੱਖੋ ਸੋ ਸਦੀਵ ਨਿਜ ਸੰਗਾ ਆਪਣੇ ਕੋਲੇ ਲੈ ਜਾ ਇਹਨੂੰ, ਆਪਣੇ ਪਾਸ ਹੀ ਰੱਖੀ, ਇਹਨੂੰ ਆਪਣੇ ਨਾਲ ਹੀ ਵਾਪਸ ਲੈ ਜਾ। ਆਪਣੇ ਲੋਕ ਸਦਾ ਆਨੰਦ ਕਰੇ ਭ੍ਰਮ ਭੰਗਾ ਸਦਾ ਹੀ ਆਨੰਦ ਵਿੱਚ ਰਹੋ ਤੇ ਆਪਣਾ ਭਰਮ ਨਾਸ਼ ਕਰੋ। ਚੋਪਈ ਪਰਥਰ ਕੋਡੇ ਕੀਰ ਪ੍ਰਸੰਗਾ ਕਹਿੰਦੇ ਇਹ ਭਰਥਰੀ ਦਾ ਤੇ ਕੌਡੇ ਰਾਖਸ਼ ਦਾ ਜਿਹੜਾ ਪ੍ਰਸੰਗ ਹੈ ਜੀ। ਸੁਨ ਸ਼੍ਰੀ ਅੰਗਦ ਪ੍ਰੇਮ ਉਮੰਗਾ ਗੁਰੂ ਅੰਗਦ ਸਾਹਿਬ ਇਹ ਅਗਲਾ ਪ੍ਰਸੰਗ ਸ਼ੁਰੂ ਹੁੰਦਾ ਹੈ। ਕਹਿੰਦੇ ਰਾਜਾ ਜੋਗੀ ਭਰਥਰੀ ਤੇ ਕੌਡੇ ਰਾਖਸ਼ ਦਾ ਇਹ ਪ੍ਰਸੰਗ ਜਦੋਂ ਗੁਰੂ ਅੰਗਦ ਸਾਹਿਬ ਨੇ ਕਥਾ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਬਾਲਾ ਜੀ ਤੋਂ ਸੁਣੀ ਤਾਂ ਲਗੀ ਸਮਾਦ ਜੁਟੀ ਜੁਗ ਨੈਨਾ ਮਹਾਰਾਜ ਜੀ ਦੇ ਦੋਵੇਂ ਨੇਤਰ ਜੁੜੇ ਨੇ, ਨੇਤਰ ਬੰਦ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਮਾਧੀ ਲੱਗੀ। ਅੰਗ ਅਡੋਲ ਨਚ ਰਤ ਬੈਨਾ ਮਹਾਰਾਜ ਸਾਹਿਬ ਜੀ ਦੇ ਅੰਗ ਅਡੋਲ ਨੇ, ਇੰਜ ਬੈਠੇ ਨੇ ਨੇਤਰ ਬੰਦ ਕਰੀ ਆਪਣੇ ਤਖਤ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਆਪਣੇ ਮੁਖੋਂ ਕੋਈ ਵਚਨ ਨਹੀਂ ਕਰ ਰਹੇ। ਸ਼ਰੋਤਾ ਭਗਤਾ ਹਟ ਕਰ ਸਭੀ ਜਿਹੜੇ ਸਰੋਤੇ ਸਨ, ਸਿੱਖ ਸਨ, ਸੰਗਤਾਂ ਸਨ, ਜੋ ਕਥਾ ਸੁਣ ਰਹੀਆਂ ਸਨ, ਜਦੋਂ ਉਹਨਾਂ ਨੇ ਤੱਕਿਆ ਵੀ ਗੁਰੂ ਅੰਗਦ ਸਾਹਿਬ ਤੇ ਸਮਾਧੀ ਤੋਂ ਥਾਨ ਹੁੰਦੇ ਨੇ, ਇੱਕ ਇੱਕ ਕਰਕੇ ਸਿੱਖ ਮਹਾਰਾਜ ਨੂੰ ਮੱਥਾ ਟੇਕ ਕੇ ਆਪੋ ਆਪਣੇ ਟਿਕਾਣੇ ਚਲੇ ਗਏ। ਔਰ ਜਿਹੜੇ ਵਕਤਾ ਨੇ ਭਾਈ ਬਾਲਾ ਜੀ
ਉਹ ਵੀ ਆਪਣੇ ਟਿਕਾਣੇ ਖਾਨ ਪਾਨ ਉਹਨਾਂ ਕੀਤਾ, ਵਿਸ਼ਰਾਮ ਕੀਤਾ। ਨਿਜ ਨਿਜ ਥਾਨ ਗਏ ਚਲਤ ਵੀ। ਸਭ ਆਪੋ ਆਪਣੇ ਥਾਨ, ਆਪੋ ਆਪਣੇ ਟਿਕਾਣੇ ਚੱਲ ਕੇ ਗਏ। ਕੇਵਲ ਸਤਿਗੁਰੂ ਗੁਰੂ ਅੰਗਦ ਸਾਹਿਬ ਤੇ ਹਜ਼ੂਰੀ ਦੇ ਜਿਹੜੇ ਸੇਵਕ ਨੇ ਉਹ ਸਤਿਗੁਰੂ ਜੀ ਦੇ ਕੋਲ ਹਨ। ਬਾਕੀ ਉੱਥੇ ਕੋਈ ਸਿੱਖ ਨਹੀਂ ਹੋਰ। ਬੀਤ ਗਈ ਜਬ ਜਾਮ ਸਤਾਈ। ਸੁਣਿਆ ਤੁਸਾਂ ਕਿੰਨਾ ਲੰਬਾ ਸਮਾਂ ਸਮਾਧੀ ਲੱਗੀ ਗੁਰੂ ਅੰਗਦ ਸਾਹਿਬ ਜੀ ਦੀ। 27 ਪਹਿਰ ਸਮਾਧੀ ਲੱਗੀ। ਦਿਨ ਤੇ ਰਾਤ ਦੇ 8 ਪਹਿਰ ਹੁੰਦੇ ਨੇ, 8 ਤੀਆ 24 ਤੇ ਜਮਾ 3 27। 3 ਦਿਨ 3 ਰਾਤਾਂ ਲਾ ਲਓ ਤੇ ਚੌਥਾ ਦਿਨ ਵੀ ਗਿਆ ਤੇ ਚੌਥੀ ਰਾਤ ਵੀ ਗਈ ਅੱਧੀ। 27 ਪਹਿਰੇ ਨੂੰ ਕਹਿੰਦੇ ਨੇ। 8 ਪਹਿਰ ਹੁੰਦੇ ਨੇ ਦਿਨ ਰਾਤ ਦੇ। 27 ਪਹਿਰਾਂ ਦਾ ਜ਼ਿਕਰ ਹੈ। ਤਕਰੀਬਨ 4 ਦਿਨ 4 ਰਾਤਾਂ ਦੇ ਕਰੀਬ ਅੰਮ੍ਰਿਤ ਵੇਲੇ ਮਹਾਰਾਜ ਜੀ ਦੀ ਸਮਾਧੀ ਖੁੱਲੀ। ਇਤਨੇ ਸਮੇਂ ਤੋਂ ਬਾਅਦ ਅਡੋਲ ਬੈਠੇ ਨੇ ਗੁਰੂ ਅੰਗਦ ਸਾਹਿਬ। ਇਹ ਹੈ ਗੁਰੂ ਦੀ ਕਥਾ ਦਾ ਰਸ। ਤਪ ਨਾ ਚੇਤਨ ਤਾਰਨ ਆਈ। ਕਹਿੰਦੇ ਤਾਂ ਵੀ ਚੇਤਨਤਾ ਨਹੀਂ ਆਈ ਅਜੇ 27 ਪਹਿਰ ਗੁਜ਼ਰ ਗਏ। ਸੰਗਤ ਹੈਰਾਨ ਕਿ ਮਹਾਰਾਜ ਟਸ ਤੋਂ ਮਸ ਨਹੀਂ ਹੋ ਰਹੇ, ਨੇਤਰ ਨਹੀਂ ਖੋਲ ਰਹੇ। ਜਲ ਦੀ ਘੁੱਟ ਤੱਕ ਸਤਿਗੁਰੂ ਨੇ ਅੰਗੀਕਾਰ ਨਹੀਂ ਕੀਤੀ। ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ, ਔਰ 27 ਪਹਿਰ ਇਸ਼ਨਾਨ ਵੀ ਨਹੀਂ ਕੀਤਾ ਤਨ ਦਾ ਤਖਤ ਤੇ। ਸੁਭਾਏ ਮਾਨੇ ਬੜੇ ਹੈਰਾਨ ਨੇ ਸਿੱਖ। ਖਾਨ ਪਾਨ ਇਸ਼ਨਾਨ ਮਹੀਨੇ। ਸੁਣਿਆ ਤੁਸਾਂ ਖਾਨ ਪਾਨ ਇਸ਼ਨਾਨ ਮਹੀਨੇ। ਨਾ ਕੁਝ ਖਾਧਾ ਨਾ ਪੀਤਾ ਤੇ ਨਾ ਹੀ ਇਸ਼ਨਾਨ ਕੀਤਾ। ਇਤਨਾ ਲੰਬਾ ਸਮਾਂ 4 ਦਿਨ ਤੇ 4 ਰਾਤਾਂ ਅੰਮ੍ਰਿਤ ਵੇਲੇ ਤੱਕ। ਬੀਤੀ ਆਸਣ ਏਕ ਅਸੀਨੇ। ਬੀਤੀ ਆਸਣ ਏਕ ਅਸੀਨੇ। ਇੱਕ ਆਸਣ ਤੇ ਗੁਜ਼ਰਿਆ ਇਤਨਾ ਸਮਾਂ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੈ ਕਰ ਕੋਈ ਨਾ ਸਕੈ ਭੁਲਾਈ। ਹੁਣ ਕਹਿੰਦੇ ਖੌਫ ਹੈ ਗੁਰੂ ਜੀ ਦਾ ਮਨ ਵਿੱਚ। ਸਭ ਡਰਦੇ ਰਹੇ ਕਿ ਸਤਿਗੁਰੂ ਕੀ ਪਤਾ ਕਿਹੜੀ ਮੌਜ ਵਿੱਚ ਬੈਠੇ ਨੇ, ਤੇ ਜੇਕਰ ਗੁਰੂ ਜੀ ਨੂੰ ਕਿਤੇ ਬੁਲਾ ਲਿਆ ਕੋਈ ਸੁਭਾਵਕ ਬਚਨ ਹੀ ਨਾ ਨਿਕਲ ਜਵੇ ਮੁਖੋਂ। ਇੰਜ ਸਿੱਖ ਬੜੇ ਭੈ ਵਿੱਚ ਹਨ। ਐਸੇ ਪਾਸ ਵਿਖੈ ਤ੍ਰਿਗਲਾਈ। ਕਹਿੰਦੇ ਨੇਤਰ ਲਾ ਕੇ ਬੈਠੇ ਨੇ ਸਿੱਖ, ਰੋਜ਼ ਆਉਂਦੇ ਨੇ ਸਿੱਖ। ਮਹਾਰਾਜ ਤਖਤ ਤੇ ਸੁਭਾਏ ਮਾਨ ਨੇ, ਦੂਰੋਂ ਹੀ ਮੱਥੇ ਟੇਕ ਰਹੇ ਨੇ। ਹੱਥ ਜੋੜ ਕੇ ਸੰਗਤ ਬਹਿ ਜਾਂਦੀ ਹੈ। ਕੋਈ 2 ਘੰਟੇ, ਕੋਈ 4 ਘੰਟੇ, ਕੋਈ 6 ਘੰਟੇ, ਕੋਈ 12 ਘੰਟੇ, ਫਿਰ ਉੱਠ ਕੇ ਤੁਰ ਜਾਂਦੇ ਨੇ। ਫਿਰ ਕੁਝ ਸਿੱਖ ਮਹਾਰਾਜ ਦੇ ਕੋਲ ਰਹਿ ਜਾਂਦੇ ਨੇ। ਇਤਨਾ ਲੰਬਾ ਸਮਾਂ ਜਦੋਂ ਬਤੀਤ ਹੋਇਆ ਤਾਂ ਸੰਗਤ ਦੀਆਂ ਅੱਖਾਂ ਸਤਿਗੁਰੂ ਜੀ ਦੇ ਪਾਵਨ ਮੁਖ ਵੱਲ ਲੱਗੀਆਂ ਹਨ ਵੀ ਕਦੋਂ ਗੁਰਦੇਵ ਪਿਤਾ ਗੁਰੂ ਅੰਗਦ ਸਾਹਿਬ ਸਮਾਧੀ ਤੋਂ ਉਥਾਨ ਹੋਵਣਗੇ। ਬਹੁਰੋ ਛੁਟੀ ਸਮਾਧਿ ਆਨੰਦਾ। ਮੁੜ 27 ਪਹਿਰਾਂ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਮਾਧੀ ਛੁੱਟੀ, ਸਮਾਧੀ ਖੁੱਲੀ। ਸਮਾਧੀ ਤੋਂ
ਉਥਾਨ ਹੋਏ ਸਤਿਗੁਰੂ। ਉਠ ਕਰ ਮਜਨ ਕੀਨ ਮੁਕੰਦਾ। ਕੁਛ ਨਹੀਂ ਕਿਹਾ, ਕੋਈ ਬਚਨ ਨਹੀਂ ਕੀਤਾ। 27 ਪਹਿਰ ਗੁਜ਼ਰਨ ਤੋਂ ਬਾਅਦ ਮਹਾਰਾਜ ਆਪਣੇ ਤਖਤ ਤੋਂ ਉੱਠੇ ਤੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ, ਕਿਉਂਕਿ ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਆਨ ਪਾਨ ਕਰਕੇ ਨਿਜ ਸਭੀ। ਫਿਰ ਸਤਿਗੁਰੂ ਜੀ ਨੇ ਥੋੜਾ ਬਹੁਤ ਖਾਨ ਪਾਨ ਕੀਤਾ, ਜਿਤਨੀ ਜ਼ਰੂਰਤ ਸੀ। ਮਹਾਰਾਜ ਜੀ ਨੇ ਜਲ ਛਕਿਆ, ਥੋੜਾ ਪ੍ਰਸ਼ਾਦਾ ਵੀ ਛਕਿਆ। ਕਥਾ ਸਮਾਜ ਬੁਲਾਵਾ ਤਬਹੀ। ਸਾਹਿਬ ਕਹਿੰਦੇ ਬਾਲਾ ਜੀ ਨੂੰ ਬੁਲਾਓ, ਸੰਗਤਾਂ ਨੂੰ ਬੁਲਾਓ, ਕਥਾ ਸ਼ੁਰੂ ਕਰੋ। ਮੁੜ ਤੋਂ ਸਰੋਤਾ ਭਗਤਾ ਸਭ ਚੱਲੇ ਆਏ। ਵਕਤਾ ਭਾਈ ਬਾਲਾ ਜੀ, ਸਰੋਤੇ, ਤਮਾਮ ਸੰਗਤਾਂ, ਸਿੱਖ ਸਭ ਵਹੀਰਾਂ ਕੱਤ ਕੇ ਪਹੁੰਚ ਗਏ। ਗੁਰਦੁਆਰਾ ਤਪਿਆਣਾ ਸਾਹਿਬ, ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਉਹ ਅਸਥਾਨ ਜਿੱਥੇ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਦੀ ਇਹ ਕਥਾ ਸੁਣਾਈ। ਨਿਜ ਨਿਜ ਆਸਣ ਬੈਠ ਸੁਹਾਈ। ਸਭ ਆਪੋ ਆਪਣੇ ਆਸਣ ਤੇ, ਜਿਵੇਂ ਤੁਸੀਂ ਬੈਠੇ ਹੋ, ਥੋੜੇ ਥੋੜੇ ਫਰਕ ਨਾਲ ਸਭ ਸਿੱਖ ਬੈਠੇ ਨੇ ਤੇ ਸੰਗਤ ਬੈਠੀ ਸ਼ੋਭਦੀ ਹੈ ਗੁਰੂ ਦੇ ਚਰਨਾਂ ਵਿੱਚ। ਕਥਾ ਕਥਨ ਲਾਗਿਓ ਤਬ ਬਾਲਾ। ਭਾਈ ਬਾਲਾ ਜੀ ਨੇ ਕਥਾ ਸ਼ੁਰੂ ਕੀਤੀ। ਪਹਿਲਾਂ ਦੋਵੇਂ ਹੱਥ ਜੋੜੇ ਗੁਰੂ ਅੰਗਦ ਸਾਹਿਬ ਜੀ ਵੱਲ ਆਗਿਆ ਲਈ, ਅਰਦਾਸ ਕੀਤੀ। ਸਾਹਿਬ ਨੇ ਇਸ਼ਾਰਾ ਕੀਤਾ, ਬਾਲੇ ਅੱਗੋਂ ਕਥਾ ਕਰੋ। ਸ਼੍ਰੀ ਅੰਗਦ ਜੀ ਸੁਣੈ ਕਿਰਪਾਲਾ। ਗੁਰੂ ਅੰਗਦ ਸਾਹਿਬ ਕਿਰਪਾ ਦੇ ਘਰ ਸਤਿਗੁਰੂ ਸੁਣਦੇ ਹਨ। ਬਾਲਾ ਜੀ ਕਹਿੰਦੇ, ਮਹਾਰਾਜ ਇਹ ਗੁਰੂ ਅੰਗਦ ਸਾਹਿਬ, ਇਹ ਕਿਰਪਾ ਦੇ ਘਰ ਸਤਿਗੁਰੂ, ਅੱਗੋਂ ਸੁਣੋ ਜੀ ਕਥਾ ਗੁਰੂ ਕੀ। ਸੋ ਪਈ ਰਾਖਸ਼ ਕੋ ਦੇਵ ਕੀ ਨਿਉਧਾਰਾ। ਮਹਾਰਾਜ ਇੰਜ ਗੁਰੂ ਨਾਨਕ ਸਾਹਿਬ ਨੇ ਉਸ ਕੌਡੇ ਰਾਖਸ਼ ਦਾ ਉਧਾਰ ਕੀਤਾ, ਉਹਨੂੰ ਦੇਵਤਾ ਬਣਾਇਆ ਰਾਖਸ਼ ਤੋਂ। ਆਗੇ ਦਵੜੇ ਮੁਕਤ ਉਧਾਰਾ। ਅੱਗੇ ਗਏ, ਅਸੀਂ ਅੱਗੇ ਵੱਲ ਤੁਰ ਪਏ। ਮੁਕਤੀ ਦੇਣ ਵਾਲੇ ਸਤਿਗੁਰੂ, ਮੁਕਤੀ ਦੇ ਦਾਤੇ, ਮੁਕਤੀ ਦੇ ਦਾਨੀ, ਸ੍ਰੇਸ਼ਟ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਜਹ ਕਨ ਦਾਰੁਣ ਹੈ ਸਗਰਾ। ਬੜਾ ਮਹਾਰਾਜ ਭਿਆਨਕ ਉੱਥੇ ਜੰਗਲ ਸੀ, ਜੰਗਲ ਹੀ ਜੰਗਲ ਸੀ, ਚਾਰ ਚੁਫੇਰੇ। ਨਿਕਟ ਨਾ ਜਾਕੇ ਕੀ ਹੱਟਾ ਨਗਰਾ। ਮਹਾਰਾਜ ਕੋਈ ਨਗਰ ਨਹੀਂ ਸੀ, ਜੰਗਲ ਹੀ ਜੰਗਲ ਸੀ। ਕੋਈ ਨਗਰ, ਕੋਈ ਗ੍ਰਾਮ ਨੇੜੇ ਨਜ਼ਰ ਆਉਂਦਾ ਹੀ ਨਹੀਂ ਸੀ ਜੀ। ਮੰਦ ਮੰਦ ਤਹਿ ਕੀ ਨ ਬਿਆਨਾ। ਆਹਿਸਤਾ ਆਹਿਸਤਾ ਗੁਰੂ ਨਾਨਕ ਸਾਹਿਬ ਟੁਰ ਰਹੇ ਨੇ ਉਸ ਜੰਗਲ ਦੇ ਰਾਹ ਤੇ ਪਿੱਛੇ ਪਿੱਛੇ ਮਹਾਰਾਜ ਜੀ ਦੇ। ਅਸੀਂ ਦੋਵੇਂ ਸਾਂ। ਦੇਸ਼ ਨ ਕਹਿਣ ਲਗਾ ਮਰਦਾਨਾ। ਸਤਿਗੁਰੂ ਵੇਖੋ, ਭਾਈ ਮਰਦਾਨਾ ਜੀ ਜਦੋਂ ਥੋੜੀ ਦੂਰ ਗਏ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਏ ਪ੍ਰਭ ਮੋਹ ਸ਼ੁਦਾ ਸੰਤਾਇਓ। ਕਹਿਣ ਲੱਗੇ, ਹੇ ਭਗਵਾਨ, ਹੇ ਪ੍ਰਭੂ ਜੀ, ਮਹਾਰਾਜ ਮੈਨੂੰ ਭੁੱਖ ਨੇ ਬੜਾ ਸਤਾਇਆ ਹੈ ਜੀ। ਜੇ ਕਿਤਕ ਦਿਨ ਆਸਣ ਨ ਖਾਇਓ। ਮਹਾਰਾਜ ਕਿੰਨੇ ਦਿਨ ਗੁਜ਼ਰ ਗਏ, ਰੋਟੀ ਨਹੀਂ ਖਾਧੀ, ਭੋਜਨ ਨਹੀਂ ਛਕਿਆ ਤੇ ਨਾ ਮਿਲਿਆ ਕਿਤੇ, ਬਸ ਤੁਹਾਡੇ ਮਗਰ ਮਗਰ ਤੁਰੇ ਜਾਂਦੇ। ਹਾਂਜੀ
ਤਲ ਨਾ ਸਕੋ ਇੱਕ ਪੈਰ ਘਾਰੀ। ਨਾ ਮਹਾਰਾਜ ਨਾ, ਮੈਂ ਹਾਰ ਗਿਆ ਸਤਿਗੁਰੂ। ਹੁਣ ਮੈਂ ਇੱਕ ਕਦਮ ਵੀ ਅੱਗੇ ਨਹੀਂ ਟੁਰ ਸਕਦਾ, ਮੈਨੂੰ ਭੁੱਖ ਨੇ ਬੜਾ ਸਤਾਇਆ ਹੈ ਜੀ। ਇੱਕ ਨਾ ਪੁਰ ਚੋ ਦਿਸ਼ ਬਨ ਭਾਰੀ। ਮਹਾਰਾਜ ਨੇੜੇ ਕੋਈ ਨਗਰੇ ਨਹੀਂ ਦਿਸਦਾ, ਜੰਗਲੇ ਜੰਗਲ ਪਿਆ, ਸਾਰਾ ਦਰਖਤੇ ਦਰਖਤ, ਭਿਆਨਕ ਜੰਗਲ। ਸਤਿਗੁਰੂ ਬੰਦਾ ਵੀ ਨਹੀਂ ਨਜ਼ਰ ਆਉਂਦਾ ਕੋਈ ਇੱਥੇ ਹੋਰ ਆਪਾਂ ਤੋਂ ਬਿਨਾਂ, ਪਿੰਡ ਨਜ਼ਰ ਨਹੀਂ ਆਉਂਦਾ, ਕੋਈ ਸ਼ਹਿਰ ਦਿਸਦਾ ਨਹੀਂ, ਮੈਂ ਤੇ ਭੁੱਖਾ ਮਰ ਜੂ। ਸੁਣ ਬੋਲੇ ਵਿਧੀ ਕੁਲ ਦੀਪਾ। ਇਹ ਸੁਣ ਕੇ ਬੇਦੀਆਂ ਦੀ ਕੁਲ ਦੇ ਦੀਪਕ ਹੀ ਨਹੀਂ, ਕੁਲ ਜਗਤ ਦੇ ਦੀਪਕ ਗੁਰੂ ਨਾਨਕ ਸਾਹਿਬ ਇੰਜ ਬੋਲੇ ਹਨ। ਹੀਰ ਧਰੋ ਹੈ ਨਗਰ ਸਮੀਪਾ। ਮਹਾਰਾਜ ਕਹਿੰਦੇ ਮਰਦਾਨੇ ਹੌਸਲਾ ਰੱਖ, ਧੀਰਜ ਰੱਖ, ਨੇੜੇ ਹੀ ਹੈ ਨਗਰ। ਇਸ ਪ੍ਰਕਾਰ ਮਰਦਾਨੇ ਨੂੰ ਪਰਚਾਉਂਦੇ ਪਰਚਾਉਂਦੇ ਇਹ ਗੁਰੂ ਅੰਗਦ ਸਾਹਿਬ ਅਸੀਂ ਅੱਗੇ ਵੱਲ ਨੂੰ ਤੁਰੇ ਜਾ ਰਹੇ ਹਾਂ ਜੀ। ਗਏ ਉਲੰਘ ਸਰਬ ਉਦਿਆਨਾ। ਸਾਰਾ ਜੰਗਲ ਲੰਘ ਕੇ ਮਹਾਰਾਜ ਅਸੀਂ ਤੀਨ ਕੋਸ਼ ਦੇ ਨਗਰ ਸੁਹਾਵਾ। ਤਿੰਨ ਕੋ ਇੱਕ ਨਜ਼ਰ ਆ ਰਿਹਾ ਸੀ ਨਗਰ, ਬੜਾ ਸੁਹਾਵਣਾ, ਤਿੰਨ ਕੋ ਪਰੇ ਸਾਨੂੰ ਇੱਕ ਵੱਡਾ ਨਗਰ ਨਜ਼ਰ ਆਇਆ। ਮਰਦਾਨੇ ਕੋ ਪ੍ਰਭੂ ਦਿਖਾਵਾ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਆਓ ਵੇਖ, ਉਹ ਸਾਹਮਣੇ ਵੇਖਣਾ ਉੱਚਾ ਜਿਹਾ ਇਹ ਨਗਰ ਹੈ, ਬੜਾ ਤਕੜਾ। ਸੁੰਦਰਪੁਰ ਦਿਖੋ ਥਲ ਉੱਚੀ। ਹਾਂ ਤੋਂ ਜਾ ਕੇ ਸੋਹਣਾ ਪੁਰ ਹੈ, ਸੋਹਣੀ ਪੁਰੀ ਹੈ, ਉੱਚੀ ਥਾਂ ਹੈ, ਤੇ ਤੂੰ ਜਾ ਕੇ ਵੇਖ ਲਈ ਸਾਰਾ ਨਗਰ, ਕਰ ਲਈ ਸੈਰ ਉੱਥੇ, ਖਾ ਲਈ ਜੋ ਤੇਰਾ ਜੀ ਕਰਦਾ ਏ। ਆਵੋ ਵਸਣ ਤਹਿ ਚਲੋ ਪਹੁੰਚੀ। ਸਤਿਗੁਰੂ ਕਹਿੰਦੇ ਬਸ ਪਹੁੰਚ ਗਏ ਮਰਦਾਨੇ, ਤਿੰਨ ਕੋ ਰਹਿ ਗਈ ਬਾਤ ਕੇਵਲ ਹੁਣ। ਸੁਣ ਬੋਲਿਓ ਇਹ ਪ੍ਰਭ ਗੁਣ ਖਾਨੀ। ਕਹਿੰਦੇ ਸੁਣ ਕੇ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਪ੍ਰਭੂ ਜੀ ਇਹ ਗੁਣਾਂ ਦੀ ਖਾਨ ਸਤਿਗੁਰੂ। ਮਾਮ ਸਰੀਰ ਭਾ ਬਲ ਤੇ ਹਾਨੀ। ਆਖਿਆ ਮਹਾਰਾਜ ਆਪਣੇ ਹੱਥ ਖੜੇ ਜੀ, ਮੇਰਾ ਸਰੀਰ ਹੁਣ ਮਹਾਰਾਜ ਇਹਦੇ ਵਿੱਚ ਬਲ ਰਿਹਾ ਹੀ ਨਹੀਂ, ਬਲ ਨਾਸ਼ ਹੋ ਗਿਆ, ਮੇਰੇ ਸਰੀਰ ਦਾ ਹੁਣ ਲੱਤਾਂ 'ਚ ਜਾਨ ਨਹੀਂ ਮਹਾਰਾਜ, ਕਿਵੇਂ ਤੁਰਾਂ। ਤਿੰਨ ਕੋ ਬਾਟ ਅਜੇ ਬਾਕੀ ਹੈ ਜੀ। ਮ੍ਰਿਤ ਹਵੈ ਪਰਿਓ ਰਹਿ ਕੇ ਥਾਨਾ। ਮਹਾਰਾਜ ਮੈਨੂੰ ਲੱਗਦਾ ਮੈਂ ਇੱਥੇ ਹੀ ਦਮ ਤੋੜੂ, ਇੱਥੇ ਮੇਰੀ ਜਾਨ ਨਿਕਲੂ, ਮੈਨੂੰ ਇੰਜ ਲੱਗਦਾ ਹੁਣ ਮੇਰੀ ਮੌਤ ਇੱਥੇ ਹੋਵੇਗੀ ਜੀ। ਸਭ ਵਿਦ ਮੈਂ ਨਿਰਣੈ ਕਰ ਜਾਨਾ। ਬਸ ਮੈਂ ਨਿਰਣਾ ਕਰ ਲਿਆ, ਹਰ ਪ੍ਰਕਾਰ ਦੇ ਨਾਲ ਮੈਨੂੰ ਸਮਝ ਆ ਗਈ ਕਿ ਮਹਾਰਾਜ ਹੁਣ ਮੇਰੇ ਸਵਾਸ ਇੱਥੇ ਹੀ ਨਿਕਲਣਗੇ ਜੀ, ਕਿਉਂਕਿ ਭੁੱਖ ਨੇ ਤੇ ਬੜਾ ਸਤਾਇਆ ਹੋਇਆ ਮੈਨੂੰ, ਸਰੀਰ ਵਿੱਚ ਜਾਨ ਨਹੀਂ ਰਹੀ, ਤੇ ਮਹਾਰਾਜ ਫਿਰ ਮਰਨਾ ਹੀ ਹੈ ਨਾ। ਈਨ ਖੁਦਾਏ ਅਬੈ ਪ੍ਰਤ ਮੋਰੀ। ਬਸ ਮਹਾਰਾਜ ਮੈਨੂੰ ਲੱਗਦਾ ਵੀ ਖੁਦਾ ਨੇ ਮੇਰੀ ਮੌਤ ਇੱਥੇ ਹੀ ਲਿਖੀ ਹੈ, ਕਿਤੇ ਰਸਤੇ ਦੇ ਵਿੱਚ ਹੀ। ਜਗ ਜੀਵਨ ਦੇ ਟੁੱਟੀ ਡੋਰੀ। ਮਹਾਰਾਜ ਮੇਰੀ ਬਸ ਸਮਝੋ ਡੋਰ ਟੁੱਟ ਗਈ, ਜਗਤ ਦੇ ਜੀਵਨ ਪਰਮਾਤਮਾ ਤੋਂ ਹੁਣ ਆਇਓ ਨਗਰ ਤਹਾਂ ਕਹਾਂ ਹੋਈ। ਸਤਿਗੁਰੂ ਜੇ ਨਗਰ ਆ ਵੀ ਗਿਆ ਤੇ ਮੈਨੂੰ ਕੀ ਮਤਲਬ, ਜਦੋਂ ਮੈਂ ਮਰੇ ਜਾਊਂ ਮੇਰੇ ਸਵਾਸ ਪੂਰੇ ਹੋ ਜਾਣਗੇ, ਫਿਰ ਮੈਨੂੰ ਕੀ ਮਹਾਰਾਜ ਨਗਰ ਦਾ ਭਾ। ਚੀਰ ਗੰਢ ਹਮ ਦਾਮ ਨ ਕੋਈ। ਸਤਿਗੁਰੂ ਜੇ ਮੇਰੀ ਮੌਤ ਨਾ ਵੀ ਹੋਈ,
ਨਗਰ ਸਾਹਮਣੇ ਹੈ ਤੇ ਮਹਾਰਾਜ ਆਪਾਂ ਕਿਹੜਾ ਰੋਕੜੇ ਚੁੱਕੀ ਫਿਰਦੇ ਆ। ਪੱਲੇ ਧੇਲਾ ਨਹੀਂ ਤੇ ਕਰਦਾ ਮੈਂ ਮੇਲਾ ਮੇਲਾ। ਹਾਂਜੀ ਬਿਨਾ ਜੀਉ ਕੋ ਦੇਵੈ ਤੇ ਨਾਹੀ। ਮਹਾਰਾਜ ਰੁਪਈਆਂ ਤੋਂ ਮੇਰਾ ਕਿਹੜਾ ਪੁੱਛਦਾ, ਕੋਈ ਬਾਤ ਪੁੱਛਦਾ। ਸਤਿਗੁਰੂ ਕੁਝ ਖਾਣਾ ਹੋਵੇ, ਕੁਝ ਪੀਣਾ ਹੋਵੇ, ਦਮੜੇ ਚਾਹੀਦੇ ਨੇ, ਦਮੜੇ ਪੱਲੇ ਤੇ ਪੱਲੇ ਤੇ ਮਹਾਰਾਜ ਇੱਕ ਧੇਲਾ ਵੀ ਨਹੀਂ। ਤੇ ਸਤਿਗੁਰੂ ਕੌਣ ਦੇਗਾ ਖਾਣ ਨੂੰ ਮੈਨੂੰ? ਐਸੇ ਖਾਓ ਅਸਨ ਪੁਰ ਪਾਹੀ। ਇਹ ਦੱਸੋ ਫਿਰ ਮੈਂ ਕਿਵੇਂ ਭੋਜਨ ਖਾऊं? ਮੰਨ ਲਓ ਜੇ ਮੈਂ ਉਥੋਂ ਤੱਕ ਜਿਉਂਦਾ ਰਹਿ ਗਿਆ ਤੇ ਨਗਰ ਵਿੱਚ ਵੀ ਪਹੁੰਚ ਗਏ ਤੇ ਸਤਿਗੁਰੂ ਪੱਲੇ ਕੋਈ ਧੇਲਾ ਹੀ ਨਹੀਂ, ਕਿਹੜੀ ਦੁਕਾਨ ਤੇ ਜਾਊਂ, ਕੀ ਖਾਊਂਗਾ ਤੇ ਕੌਣ ਮੈਨੂੰ ਦਵੇਗਾ ਬਿਨਾਂ ਪੈਸਿਆਂ ਤੋਂ ਪਦਾਰਥ? ਸ੍ਰੀ ਗੁਰ ਸੁਣੇ ਵਾਕ ਅਸ ਜਬਹੀ। ਕਹਿੰਦੇ ਜਦੋਂ ਭਾਈ ਮਰਦਾਨਾ ਜੀ ਦੇ ਐਸੇ ਬੋਲ ਗੁਰੂ ਨਾਨਕ ਸਾਹਿਬ ਨੇ ਸੁਣੇ ਤਾਂ ਪਗ ਸੁਰੀਤ ਫਰੂਰੀ ਤਬਹੀ। ਮਹਾਰਾਜ ਸਾਹਿਬ ਰੁਕ ਗਏ ਤੇ ਸਤਿਗੁਰੂ ਨੇ ਆਪਣੇ ਮੁਬਾਰਕ ਚਰਨ ਦੇ ਨਾਲ ਰੇਤਾ ਸੀ ਉੱਤੇ ਰੇਤ ਫਰੋਲੀ ਦਿਕਸਾ ਤੇ ਅਦਭੁਤ ਲਾਲ। ਉਸ ਰੇਤੇ ਵਿੱਚੋਂ ਇੱਕ ਲਾਲ ਨਿਕਲੇ ਬੜਾ ਅਦਭੁਤ, ਜਾਂ ਕੀ ਸ਼ੋਭਾ ਤਿਪਤ ਵਿਸਾਲ। ਜਿਹਦੀ ਸ਼ੋਭਾ ਬੜੀ ਪ੍ਰਕਾਸ਼ ਦੀ ਸੀ, ਲਿਸ਼ਕਾਰੇ ਮਾਰਦਾ ਸੀ, ਉਹ ਚਮਕਦਾ ਸੀ ਚੰਦਰਮਾ ਦੀ ਚਾਂਦਨੀ ਵੱਧ। ਦੰਦਨ ਕੰਠ ਚਬੂ ਮਰਦਨ। ਸਾਹਿਬ ਕਹਿੰਦੇ ਮਰਦਾਨਿਆ ਪੱਲੇ ਬੰਨਣਾ ਚਾਹੁੰਦੇ, ਗੰਢ ਬੰਨਣਾ ਚਾਹੁੰਦੇ, ਕੁਝ ਏ ਬੰਦੋ ਨਿਜ ਚੀਰ ਸੁਗਨਾ। ਆ ਲੈ ਪੱਲੇ ਨਾਲ ਬੰਨ ਲੈ, ਆ ਜਿਹੜੀ ਤੈਨੂੰ ਚੀਜ਼ ਦੇ ਰਹੇ ਆ ਬੜੀ ਕੀਮਤੀ ਹੈ ਮਰਦਾਨੇ, ਐਵੇਂ ਇਹਨਾਂ ਨੂੰ ਪੱਥਰ ਜਿਹਾ ਜਾਣ ਨਹੀਂ, ਇਹ ਬਹੁਤ ਕੀਮਤੀ ਸ਼ੈ ਹੈ, ਇਹਨੂੰ ਘੁੱਟ ਕੇ ਬੰਨ ਆਪਣੇ ਪੱਲੇ ਨਾਲ। ਧਰੋ ਧੀਰ ਉਰ ਕਰੋ ਪਿਆਨਾ। ਧੀਰਜ ਰੱਖ ਮਰਦਾਨੇ, ਉਹ ਆ ਗਿਆ ਸਾਹਮਣੇ ਨਗਰ, ਹੁਣ ਕਿਤੇ ਦੂਰ ਹੈ, ਹੁਣ ਤੇ ਕੁਝ ਕੋ ਹੈ, ਕੇਵਲ ਹੋਰ ਬੰਦ ਡਿਗ ਹੈ ਪੁਰਥਨਾ। ਮਹਾਰਾਜ ਕਹਿੰਦੇ ਉੱਥੇ ਜਾ ਕੇ ਆ ਜੋ ਪੱਲੇ ਬੰਨੇ ਐ ਇਹਨੂੰ ਖੋਲੀ। ਦੋਹਰਾ ਇਹ ਬਾਹਣ ਕਹਾਂ ਕਾਜ ਹੈ ਕਛੂ ਨ ਦੇਵੈ। ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਪੱਥਰ ਮੇਰੇ ਕਿਸ ਕੰਮ, ਇਹ ਕੀ ਦਊਗਾ ਮੈਨੂੰ? ਖਾਣ ਨੂੰ ਦਊ, ਜਲੇਬੀਆਂ ਦਊ, ਦੁੱਧ ਦਊ ਮੈਨੂੰ? ਇਹ ਤੇ ਪੱਥਰ ਹੈ। ਸਤਿਗੁਰੂ ਹੋਏ ਦਾਨ ਨਿਜ ਪਾਸ ਜੀ ਜਹੈ। ਮਹਾਰਾਜ ਜੇ ਦਮੜੇ ਹੋਣ ਕੋਲ ਫਿਰ ਤੇ ਮੈਨੂੰ ਵੀ ਮਾਣ ਹੋਵੇ, ਅੱਗੀ ਪੱਥਰ ਜਿਹਾ ਪਕੜਾਤਾ ਮੈਨੂੰ ਤੁਸਾਂ। ਜੋ ਲੇਵੈ ਸੋਈ। ਮਹਾਰਾਜ ਫਿਰ ਮੈਂ ਜੋ ਮਰਜ਼ੀ ਖਾਵਾਂ, ਸ਼ਹਿਰ 'ਚ ਜਾ ਕੇ ਜੇ ਰੁਪਈਏ ਤੁਸੀਂ ਮੈਨੂੰ ਦਿਓ, ਰੁਪਈਏ ਤੇ ਦਿੱਤੇ ਦੀਆਂ ਪੱਥਰ ਜਿਹਾ ਪਕੜਾ ਕੇ ਕਹਿੰਦੇ ਲੈ ਬਹੁਤ ਕੀਮਤੀ ਸ਼ੈ ਹੈ, ਮੈਨੂੰ ਤੇ ਨਜ਼ਰ ਨਹੀਂ ਆਉਂਦੀ ਇਹ ਕੀਮਤੀ ਸ਼ੈ। ਜੋ ਕੋਈ ਜਾਂ ਕੇ ਬਾਂਦੇ ਭੂਖ ਨਾ ਜਾਵੇ। ਮਹਾਰਾਜ ਜਿਹੜਾ ਪੱਥਰ ਜਿਹਾ ਦਿੱਤਾ ਮੈਨੂੰ ਬੰਨਣ ਲਈ, ਇਹਦੇ ਬੰਨਣ ਨਾਲ ਮੇਰੀ ਭੁੱਖ ਮਿਟ ਜੂ, ਮੈਨੂੰ ਦੱਸੋ ਜੀ। ਜਬ ਲੋ ਹਾਥ ਹਾਰ ਨਾ ਆਵੇ। ਮਹਾਰਾਜ ਗੱਲ ਤੇ ਰੋਟੀ ਦੀ ਹੈ, ਇਹ ਮੈਂ ਕੀ ਕਰਨਾ ਸਤਿਗੁਰੂ? ਜਦੋਂ ਤੱਕ ਮੇਰੇ ਹੱਥ ਆਹਾਰ ਨਾ ਆਵੇ, ਭੋਜਨ ਨਾ ਆਵੇ ਤੇ ਮੈਂ ਭੋਜਨ ਖਾ ਨਾ ਲਵਾਂ ਤੇ ਮੇਰੇ ਪੇਟ ਦੀ ਭੁੱਖ ਦੀ ਨਿਵਰਤੀ ਸਤਿਗੁਰੂ ਉਦੋਂ ਤੱਕ ਦੱਸੋ ਕਿੰਝ ਹੋਵੇਗੀ ਜੀ। ਸ੍ਰੀ ਗੁਰ ਕਹੈ ਨਿਕਟ ਹੈ ਨਗਰੀ। ਸਤਿਗੁਰੂ ਕਹਿੰਦੇ ਹੋ ਮਰਦਾਨੇ ਧੀਰਜ ਰੱਖ, ਔਰ ਨੇੜੇ ਹੀ ਹੈ ਨਗਰ। ਇਹ ਕੀਮਤ ਸੋਏ ਉਜਗਰੀ। ਸਤਿਗੁਰੂ ਕਹਿੰਦੇ ਅਜੇ ਤੈਨੂੰ ਇਹਦੀ ਕੀਮਤ ਦਾ ਗਿਆਨ ਨਹੀਂ,
ਤੇ ਜਦੋਂ ਤੱਕ ਗਿਆਨ ਨਾ ਹੋਵੇ ਨਾ ਕਿਸੇ ਵਸਤੂ ਦਾ, ਉਹ ਪੱਥਰੇ ਦਿਸਦੀ ਹੁੰਦੀ ਹੈ, ਪੱਥਰੇ। ਜਦੋਂ ਤੱਕ ਸਮਝ ਨਾ ਹੋਵੇ ਉਦੋਂ ਤੱਕ ਪੱਥਰ ਹੀ ਦਿਸਦੀ ਹੁੰਦੀ ਹੈ। ਉਹ ਏਨ ਕੋਸ ਭਿਖ ਚਲ ਤਤ ਕਾਲਾ। ਮਹਾਰਾਜ ਕਹਿੰਦੇ ਛੇਤੀ ਤੁਰਦੇ ਆ, ਬਸ 3 ਕੋਹ ਦੀ ਬਾਟ ਹੈ। ਮਰਦਾਨੇ ਹੁਣ ਤੇ ਥੋੜੀ ਰਹਿ ਗਈ। ਇਉ ਧੀਰਜ ਦੇ ਤੁਰੇ ਕਿਰਪਾਲਾ। ਇੰਜ ਧੀਰਜ ਦੇ ਕੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਤੁਰੇ ਨੇ ਭਾਈ ਮਰਦਾਨਾ ਜੀ ਨੂੰ, ਭਾਈ ਵਾਲਾ ਜੀ ਨੂੰ ਨਾਲ ਲੈ ਕੇ। ਅਤ ਲਜਤ ਹੋਵਤ ਮਰਦਾਨਾ। ਮਰਦਾਨਾ ਬੜੇ ਲੱਜਤ ਹੋਏ, ਸ਼ਰਮਸਾਰ ਹੋ ਰਹੇ ਹਨ। ਹਿਰਦੈ ਖਿਚਤ ਨਹਿ ਕਰਤ ਬਖਾਨਾ। ਕਹਿੰਦੇ ਹਿਰਦੇ ਦੇ ਵਿੱਚ ਬਹੁਤ ਕੁਝ ਅੱਡੀ ਪੱਟੀ ਚੱਲਦੀ ਹੈ, ਪਰ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕੁਝ ਕਹਿ ਨਹੀਂ ਸਕਦੇ। ਮੰਦ ਮੰਦ ਵਿਧੀ ਕੁਲ ਦੀਪਾ। ਆਹਿਸਤਾ ਆਹਿਸਤਾ ਗੁਰੂ ਨਾਨਕ ਸਾਹਿਬ ਚੱਲ ਕਰ ਪਹੁੰਚੇ ਨਗਰ ਸਮੀਪਾ। ਨੇੜੇ ਪਹੁੰਚ ਗਏ, ਨਗਰ ਆ ਗਿਆ। ਉਸ ਨਗਰ ਦੇ ਨੇੜੇ ਸਤਿਗੁਰੂ ਪਹੁੰਚ ਗਏ ਹਨ। ਟੱਪ ਲੋਕ ਏਕ ਰਮਣਿਕਾ। ਇੱਕ ਦਰਖਤ ਵੇਖ ਕੇ, ਰਮਣੀਕ ਥਾਂ ਵੇਖ ਕੇ ਉਸ ਨਗਰ ਦੇ ਬਾਹਰ ਬੈਠ ਗਏ ਤੈ ਸਭ ਜਗ ਟਿਕਾ। ਸਾਰੇ ਜਗਤ ਦੇ ਟੀਕਾ ਗੁਰੂ ਨਾਨਕ ਸਾਹਿਬ ਉਥੇ ਬੈਠ ਗਏ ਹਨ। ਅਬ ਮਰਦਾਨੇ ਬਚਨ ਉਚਾਰਾ। ਕਹਿੰਦੇ ਮਰਦਾਨਾ ਜੀ ਨੇ ਫਿਰ ਕਹਿਣਾ ਕੀਤਾ, ਜਿਉ ਤੁਮ ਕਹੋ ਕਰੋ ਤਿਉ ਕਾਰਾ। ਸਤਿਗੁਰੂ ਜਿਵੇਂ ਤੁਸੀਂ ਕਹਿੰਦੇ ਹੋ ਤਿਵੇਂ ਮੈਂ ਕਾਰ ਕਰਦਾ ਹਾਂ ਜੀ। ਲਾਲ ਨਾਮ ਕਹਿ ਦਿਓ ਜੋ ਮੋਹੀ। ਇਹ ਜਿਹੜਾ ਤੁਸੀਂ ਮੈਨੂੰ ਪੱਥਰ ਜਿਹਾ ਦਿੱਤਾ ਹੈ ਤੇ ਇਹਦਾ ਨਾਮ ਕਿਹਾ ਲਾਲ। ਇਸ ਤੇ ਕੋਣ ਕਾਜ ਅਬ ਹੋਈ। ਦੱਸੋ ਮਹਾਰਾਜ ਕਿਹੜਾ ਕੰਮ ਹੋਵੇ ਇਹਦੇ ਨਾਲ, ਪੱਥਰ ਜੀ ਨਾਲ ਕਿਸ ਕੰਮ ਆਵੇਗਾ ਇਹ? ਕਮਲ ਬਦਨ ਤੇ ਵਿਕਸ ਬਖਾਨਾ। ਗੁਰੂ ਨਾਨਕ ਸਾਹਿਬ ਦਾ ਮੁਖੜਾ ਕਮਲ ਜੈਸਾ ਖਿੜਿਆ ਹੋਇਆ। ਤੇ ਸਤਿਗੁਰੂ ਮੁਸਕਰਾਏ ਤੇ ਕਹਿਣ ਲੱਗੇ, ਨਗਰ ਨਾਮ ਜਾਨੋ ਕੇ ਨ ਜਾਨਾ। ਮਹਾਰਾਜ ਕਹਿੰਦੇ ਮਰਦਾਨੇ ਕਾਲੀ ਬੜੀ ਕਰਦਾ ਹੈ ਵੀ ਤੂੰ, ਯਾਰ ਤੂੰ ਨਗਰ ਦਾ ਨਾਂ ਜਾਣਨਾ ਚਾਹੇਗਾ ਕਿ ਨਹੀਂ ਵੀ ਆਪਾਂ ਕਿਹੜੀ ਥਾਂ ਤੇ ਪਹੁੰਚੇ ਹਾਂ ਇਸ ਵਕਤ? ਓ ਪ੍ਰਭੂ ਜੀ ਕਹਾਂ ਨਾ ਮੈਂ ਮਾਹੀ। ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਕੋਈ ਮਤਲਬ ਨਹੀਂ, ਮੈਨੂੰ ਕੋਈ ਵਾਸਤਾ ਬੂਸਤਾ ਨਹੀਂ, ਨਾਂ ਨੂੰ ਤਾਂ ਮੈਂ ਕੀ ਲੈਣਾ, ਭੁੱਖ ਮੈਨੂੰ ਲੱਗੀ ਹੋਈ ਹੈ। ਤੁਸੀਂ ਮਹਾਰਾਜ ਮੈਨੂੰ ਭਰਮਾਉਂਦੇ ਹੋ, ਕਹਿੰਦੇ ਨਾਂ ਨਹੀਂ ਜਾਣੇਗਾ। ਉਹ ਨਾਂ ਜਾਣ ਕੇ ਸਤਿਗੁਰੂ ਮੈਂ ਕਿਆ ਲੈਣਾ? ਤੁਸੀਂ ਦੱਸੋ ਵੀ ਖਾਣ ਨੂੰ ਕਿੱਥੋਂ ਲੱਭੂ? ਅਸਣ ਖਾਣ ਦੇਵੋ ਕਹਿ ਨਾਹੀ। ਤੁਸੀਂ ਇਹ ਦੱਸੋ ਮੈਨੂੰ ਭੋਜਨ ਖਾਣ ਦਓਗੇ ਕਿ ਨਹੀਂ, ਕਿ ਮੈਨੂੰ ਫੇਰ ਉਲਝਾਓਗੇ ਵੀ ਕੀ ਨਾਂ ਹੈ ਇਸ ਨਗਰ ਦਾ? ਉਹ ਨਾਂ ਤੁਸੀਂ ਆਪਣੇ ਕੋਲੇ ਰੱਖੋ, ਮੈਨੂੰ ਇਹ ਦੱਸੋ, ਇਸ਼ਾਰਾ ਕਰੋ ਹੱਟੀ ਕਿੱਥੇ ਹੈ ਜਿੱਥੋਂ ਜਾ ਕੇ ਕੁਝ ਖਾਣ ਨੂੰ ਮਿਲੇਗਾ। ਜੋ ਵਿਦ ਕਰਨੀ ਨਹੀਂ ਬਤਾਵੋ। ਜਿਹੜੀ ਗੱਲ ਕਰਨੀ ਹੈ ਮਹਾਰਾਜ ਉਹ ਕਰਦੇ ਨਹੀਂ ਤੁਸੀਂ। ਆ ਹੋਰ ਮਹਾਰਾਜ ਤੁਸੀਂ ਕਹੀ ਜਾਂਦੇ ਹੋ ਇਹ ਸੋਹਣਾ ਨਗਰ ਹੈ, ਇਹ ਬਹੁਤ ਵੱਡਾ ਨਗਰ ਹੈ, ਇਹਦਾ ਨਾਂ ਨਹੀਂ ਪੁੱਛੇਗਾ ਤੂੰ ਮਰਦਾਨੇ? ਮਹਾਰਾਜ ਮੈਂ ਇਹਨਾਂ ਗੱਲਾਂ ਤੋਂ ਕਿਆ ਲੈਣਾ ਹੈ ਜੀ? ਬਾਤੇ ਕਰਤੇ ਦਿਵਸ ਬਤਾਵੋ। ਮਹਾਰਾਜ ਮੈਨੂੰ ਲੱਗਦਾ ਤੁਸੀਂ ਗੱਲਾਂ ਕਰਦੇ ਮੇਰਾ ਇਹ ਦਿਨ ਵੀ ਬਿਤਾ ਦੋਗੇ, ਮਾਰੋਗੇ ਮੈਨੂੰ ਭੁੱਖੇ ਨੂੰ। ਹਸਣ ਹੇਤ ਬੋਲੇ ਸੁਖ ਧਾਮੋ। ਕਹਿੰਦੇ ਸੁੱਖਾਂ ਦੇ ਧਾਮ, ਸੁੱਖਾਂ ਦੇ ਘਰ। ਗੁਰੂ ਨਾਨਕ ਸਾਹਿਬ ਹੱਸੇ ਤੇ ਮਹਾਰਾਜ ਬੋਲੇ ਹਨ, ਜਾਨ ਵਿਸ਼ਣਪੁਰ ਇਹ ਨਾਮੋ।
ਮਹਾਰਾਜ ਕਹਿੰਦੇ ਜਾਣਨਾ ਕਰ ਲੈ ਮਰਦਾਨੇ ਲੈ, ਤੈਨੂੰ ਅਸੀਂ ਉਹ ਦੱਸ ਦਿੰਦੇ ਆ, ਤੂੰ ਨਾ ਪੁੱਛ। ਇਸ ਨਗਰ ਦਾ ਨਾਮ ਹੈ ਬਿਸ਼ੰਬਰਪੁਰ। ਬਿਸ਼ੰਬਰਪੁਰ ਪਟਨਾ ਸਾਹਿਬ ਦਾ ਨਾਮ ਹੈ। ਮਹਾਰਾਜ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹਨ। ਓ ਨਾਮ ਨਗਰ ਕਾ ਹੋ। ਮਰਦਾਨਾ ਜੀ ਕਹਿੰਦੇ ਮਹਾਰਾਜ ਹੋ, ਮੈਂ ਕੀ ਲੈਣਾ? ਬਿਸ਼ੰਬਰਪੁਰ ਹੋਵੇ ਚਾਹੇ ਬਿਸ਼ੰਬਰਪੁਰ ਹੋਵੇ, ਮੈਂ ਕਿਆ ਲੈਣਾ ਮਹਾਰਾਜ? ਨੌ ਤੋਂ ਬਹੁਤ ਸੁਦਾ ਲਾਗੀ ਅਬੋ। ਮੈਨੂੰ ਤੇ ਬੜੀ ਭੁੱਖ ਲੱਗੀ ਹੈ ਸਤਿਗੁਰੂ, ਮਹਾਰਾਜ ਕੁਝ ਖਾਣ ਨੂੰ ਦੱਸੋ। ਸ਼ਰਮ ਤੇ ਨਿਰਬਲ ਕਾਇਆ ਸਗਰੇ। ਮੇਰਾ ਸਰੀਰ ਮੇਰੀ ਕਾਇਆ ਇੱਕ ਤੇ ਸਬਰ ਕੀਤਾ, ਪੈਂਡਾ ਤੈਅ ਕੀਤਾ, ਕਿੰਨੇ ਦਿਨਾਂ ਦੇ ਭੁੱਖੇ ਮਰਦੇ ਆ ਮਹਾਰਾਜ, ਤੇ ਹੁਣ ਤੁਸੀਂ ਮੈਨੂੰ ਫੇਰ ਗੱਲਾਂ 'ਚ ਉਲਝਾਉਂਦੇ ਹੋ ਜੀ। ਭਇਓ ਹੂੰ ਪਹੁੰਚੇ ਹੈ ਫਿਕ ਨਗਰੀ। ਮਸਾਂ ਮਸਾਂ ਮਹਾਰਾਜ ਨਗਰ ਆਇਆ, ਅਜੇ ਵੀ ਰੁਝਾਈ ਫਿਰਦੇ ਹੋ ਮੈਨੂੰ। ਦੋਹਰਾ ਕਰੁਣਾ ਨਿਤ ਬਿਕਸੈ ਬਹੁ ਬੋਲੀ। ਕਹਿੰਦੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮੁਸਕਰਾਏ, ਤੇਜ ਬੋਲੇ ਹਨ। ਸੋ ਬੈਣ ਨਗਰ ਵਿਖੇ ਕਬਨੋ ਅਬੈ। ਮਹਾਰਾਜ ਕਹਿੰਦੇ ਜਾ, ਉਹ ਸਾਹਮਣੇ ਨਗਰ ਜਦ ਚਲਿਆ ਜਾ। ਨਗਰ ਵਿੱਚ ਪੂਜ ਜੁਗਰੀ ਐਣ। ਮਹਾਰਾਜ ਕਹਿੰਦੇ ਜੋਹਰੀ ਦਾ ਘਰ ਲੱਭ ਜਾ ਕੇ ਇਸ ਨਗਰ ਵਿੱਚ ਜੋ ਪਈ ਵੇਚੂ ਜਾਏ ਤਾਂ ਇਹੋ ਲਾਲਾ। ਮਹਾਰਾਜ ਕਹਿੰਦੇ ਲਾਲ ਜਾ ਕੇ ਵੇਚਦੇ ਉੱਥੇ। ਜੌਹਰੀ ਦਾ ਘਰ ਲੱਭੀ, ਪਾਰਕੂ ਹੋਵੇ, ਉਹਦੇ ਪਾਸ ਜਾਈ ਤੇ ਉਹਦੇ ਕੋਲ ਜਾ ਕੇ ਇਹਦੀ ਕੀਮਤ ਪਵਾ ਲੈ, ਇਹਨੂੰ ਵੇਚ ਦੇ। ਸੁਣਤ ਸਰੋਣ ਗਬਣਿਓ ਤਤ ਕਾਲਾ। ਕਹਿੰਦੇ ਗੁਰੂ ਜੀ ਦੇ ਇਹ ਬਚਨ ਕੰਨਾਂ ਵਿੱਚ ਸੁਣਦੇ ਸਾਰ ਭਾਈ ਮਰਦਾਨਾ ਜੀ ਤੇ ਆ ਮਾਰੀ ਛਾਲ ਤੁਰ ਪਏ ਨਗਰ ਵੱਲ। ਜਾਏ ਜੋਗਰੀ ਕੋ ਦਿਖ ਰਾਇਓ। ਜੌਹਰੀ ਨੂੰ ਜਾ ਕੇ ਮਿਲੇ ਤੇ ਜੌਹਰੀ ਨੂੰ ਜਾ ਕੇ ਪੱਲੇ ਨਾਲ ਖੋਲ ਕੇ ਕੋ ਲਾਲ ਦਿਖਾਉਣਾ ਕੀਤਾ। ਏਨ ਤਾਪ ਪ੍ਰਗਨਾ ਮੋਲ ਸੁਣਾਇਓ। ਉਹ ਨਾਮ ਦਾ ਜੌਹਰੀ ਜ਼ਰੂਰ ਸੀ, ਪਰ ਕਿਰਦਾਰ ਦਾ ਜੌਹਰੀ ਨਹੀਂ ਸੀ। ਉਹ ਕੇਵਲ ਕੱਚ ਦਾ ਵਪਾਰੀ ਸੀ, ਸੱਚ ਦਾ ਵਪਾਰੀ ਨਹੀਂ। ਕਹਿਣ ਲੱਗੇ ਇਹਦਾ ਕੀ ਮਿਲਣਾ? 3 ਤਾਂਬੇ ਦੇ ਸਿੱਕੇ ਲੈ ਜਾ, ਇਹ ਤੋਂ ਵੱਧ ਇਹਦੀ ਕੀਮਤ ਕੋਈ ਨਹੀਂ। ਮਰਦਾਨੇ ਮਨ ਕੀਨ ਵਿਚਾਰਾ। ਭਾਈ ਮਰਦਾਨਾ ਜੀ ਨੇ ਵਿਚਾਰ ਕੀਤੀ ਵੀ ਮਹਾਰਾਜ ਨੂੰ ਪੁੱਛਤਾ ਲੱਗੇ ਵੀ ਮਹਾਰਾਜ ਜੀ ਦੀ ਕੀਮਤ ਤੇ ਬਹੁਤ ਘੱਟ ਪਈ ਹੈ, ਤੁਸੀਂ ਕਹਿੰਦੇ ਬੜਾ ਕੀਮਤੀ ਹੈ। ਭਾਈ ਮਰਦਾਨਾ ਜੀ ਨੇ ਮਨ ਵਿੱਚ ਵਿਚਾਰ ਕੀਤੀ, ਲਾਲ ਬੋਲ ਨਰ ਕਹਿਤ ਅਪਾਰਾ। ਬਈ ਸਤਿਗੁਰੂ ਤੇ ਕਹਿੰਦੇ ਸਨ ਇਹਦਾ ਬਹੁਤ ਪੈਸਾ ਮਿਲੇਗਾ, ਬੜੀ ਕੀਮਤ ਪਏਗੀ, ਅਤੇ ਕੱਖ ਵੀ ਨਹੀਂ। 3 ਤਾਂਬੇ ਦੇ ਪੈਸੇ ਕੀਮਤ ਪਾਈ ਹੈ ਇਸ ਜੌਹਰੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਤਿ ਜੀ।